ਜਨ ਸੱਚਾ ਪਾਤਸ਼ਾਹੂ ਸਿਰਸਾਂਗਾ ਸ਼ਾਹੂ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਪਾਣੀ ਪੱਖਾ ਪੀਸੋ ਸੰਤ ਆਗਾ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰਾ, ਇਹੋ ਬਿਸਰਾਮ ਨਿਧ ਪਾਈ। ਪਾਣੀ ਪੱਖਾ ਪੀਸੋ ਸੰਤ ਆਗਾ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰਾ, ਇਹੋ ਬਿਸਰਾਮ ਨਿਧ ਪਾਈ। ਤੁਮ ਕਰਹੁ ਦਇਆ ਮੇਰੇ ਸਾਈ, ਆਸੀ ਮਤ ਦੀਜਾ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ, ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ। ਬਿਨ ਸਜਾਏ ਪਰਮਾਈ, ਆਨੰਦ ਰੂਪ ਰਵਿਓ ਸਭ ਮਦੇ। ਜਤ ਕਤ ਪੇਖੋ ਜਾਈ, ਤੁਮ ਦਇਆਲ ਕਿਰਪਾਲ ਕਿਰਪਾ ਨਿਧ। ਪਤਿਤ ਪਾਵਨ ਗੋਸਾਈ, ਕੋਟ ਸੂਖ ਆਨੰਦ ਰਾਜ ਪਾਈ। ਮੁਖ ਤੇ ਨਿਮਖ ਬੁਲਾਈ, ਜਾਪ ਤਾਪ ਭਗਤ ਸਾਪੂਰੀ। ਜੋ ਪ੍ਰਭ ਕਾ ਮਨ ਭਾਈ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ। ਨਾਨਕ ਤ੍ਰਿਪਤ ਅਗਾਈ, ਜਾਪ ਤਾਪ ਭਗਤ ਸਾਪੂਰੀ। ਜੋ ਪ੍ਰਭ ਕਾ ਮਨ ਭਾਈ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ। ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਅਤੇ ਤਖਤਾਂ ਦੇ ਮਾਲਕ, ਵਾਲੀਏ ਕੁਲ ਆਲਮ ਸ਼ਬਦਾ ਅਵਤਾਰ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਗਰੀਬ ਨਵਾਜ ਸਤਿਗੁਰੂ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ, ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ, ਗੁਰੂ ਪਿਆਰੇ ਸਤ ਸੰਗੀ ਜਨੋ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹਨ, ਜਿੱਥੇ ਸਤਿਗੁਰਾਂ ਦੇ ਪਾਵਨ ਸਥਾਨ ਤੇ ਸਤਿਗੁਰਾਂ ਦੇ ਸਨਮੁਖ ਬੈਠ ਕਰਕੇ ਆਪ ਜੀ ਗੁਰ ਸ਼ਬਦ ਦਾ ਲਾਹਾ ਲੈ ਰਹੇ ਹੋ। ਉਸ ਦੇ ਨਾਲ ਹੀ ਟੀਵੀ ਚੈਨਲ ਦੇ ਰਾਹੀਂ, ਇੰਟਰਨੈਟ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਪਾਵਨ ਸਥਾਨ ਦੇ ਨਾਲ ਜੁੜ ਮਿਲ ਬੈਠੀਆਂ ਹਨ। ਅੰਮ੍ਰਿਤਮਈ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ ਦੇ ਸ਼੍ਰੀ ਮੁਖ ਵਾਕ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਤਿਨਾਂ ਦਾ ਮੂਲ ਪਾਠ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸ਼ਰਵਣ ਕੀਤਾ ਹੈ। ਆਓ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਦੇ ਹੋਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕਰਕੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਸਤਿਗੁਰ ਦੇ ਪਾਵਨ ਸ਼ਬਦ ਦਾ ਜੋ ਫਲਾ ਉਪਦੇਸ਼ ਹੈ, ਭਾਵ ਹੈ, ਤਿਸ ਨੂੰ ਹਿਰਦੇ ਵਿੱਚ ਵਿਸਾਣ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 673 ਦੇ ਉੱਪਰ ਇਹ ਪਾਵਨ ਸ਼ਬਦ ਸੁਭਾਏਮਾਨ ਹੈ। ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਅੱਜ ਦੇ ਇਸ ਪਾਵਨ ਸ਼ਬਦ ਦੇ ਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੇ ਪਾਸੋਂ ਮੰਗ ਮੰਗੀ ਹੈ। ਉੱਤਮ ਵਕਤਾ ਹੋ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦੇ ਵਾਸਤੇ ਇਹ ਮੰਗ ਰਹੇ ਹਨ, ਜਾਂ ਕਿ ਅਸੀਂ ਸਾਰਿਆਂ ਨੇ ਇਹ ਮੰਗ ਪਰਮਾਤਮਾ ਦੇ ਪਾਸੋਂ ਮੰਗਣੀ ਹੈ। ਮੰਗਦੇ ਤੇ ਅਸੀਂ ਸਾਰੇ ਹੀ ਹਾਂ, ਸਾਰਿਆਂ ਦੀ ਕੋਈ ਨਾ ਕੋਈ ਮੰਗ ਹੈ। ਮੰਗਣ ਵਾਸਤੇ ਹੀ ਅਸੀਂ ਸਤਿਗੁਰ ਦੇ ਦਰ ਤੇ ਆਉਂਦੇ ਹਾਂ, ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਪਰ ਪਾਤਸ਼ਾਹ ਕਹਿੰਦੇ ਮੰਮਾ ਮੰਗਨਹਾਰ ਇਆਣਾ, ਦੇਨਹਾਰ ਦੇ ਰਹਿਓ ਸੁਜਾਨਾ। ਕੁਛ ਮੰਗਾਂ ਐਸੀਆਂ ਹਨ ਜੋ ਅਸੀਂ ਮੰਗ ਰਹੇ ਹਾਂ, ਪਰ ਕੁਝ ਮੰਗਾਂ ਐਸੀਆਂ ਹਨ ਜੋ ਪਰਮੇਸ਼ਵਰ ਸਾਨੂੰ ਦੇਣੀਆਂ ਚਾਹੁੰਦਾ ਹੈ, ਉਹ ਅਸੀਂ ਮੰਗ ਨਹੀਂ ਰਹੇ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮਨੁੱਖ ਨੂੰ ਮੰਗਣ ਦੀ ਜਾਚ ਨਹੀਂ ਹੈ, ਪਤਾ ਨਹੀਂ ਹੈ ਕਿ ਅਸੀਂ ਮੰਗਣਾ ਕੀ ਹੈ, ਸਾਡੇ ਵਾਸਤੇ ਜ਼ਰੂਰੀ ਕੀ ਹੈ, ਸਾਨੂੰ ਚਾਹੀਦਾ ਕੀ ਹੈ। ਜਿਸ ਦਿਨ ਸਾਨੂੰ ਇਸ ਗੱਲ ਦੀ ਸਾਰ ਆ ਜਾਏ, ਸਮਝ ਆ ਜਾਏ, ਅਸਲ ਵਿੱਚ ਜੀਵਨ ਉਸ ਦਿਨ ਹੀ ਆਨੰਦਮਈ ਹੋਣਾ ਹੈ। ਹੁਣ ਅਸੀਂ ਇਹ ਰੋਜ਼ ਭੁੱਲ ਕਰ ਰਹੇ ਹਾਂ। ਭੁਲਾਵੜੇ ਭੁੱਲੀ, ਭੁੱਲ ਭੁੱਲ ਪਛੋਤਾਣੀ। ਆਪਣੇ ਅੰਦਰ ਝਾਤ ਮਾਰੀਏ, ਆਪਣੇ ਪਿਛੋਕੜ ਵੱਲ ਝਾਤ ਮਾਰੀਏ, ਆਪਣੇ ਵਡੇਰਿਆਂ ਵੱਲ ਝਾਤ ਮਾਰੀਏ, ਤੇ ਸਾਨੂੰ ਇਹ ਗੱਲ ਸਹਿਜਤਾ ਦੇ ਨਾਲ ਹੀ ਸਮਝ ਆ ਜਾਣੀ ਚਾਹੀਦੀ ਹੈ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ, ਮਨੁੱਖਾ ਦੇਹੀ ਦਾ ਉਦੇਸ਼ ਕੀ ਹੈ, ਮਨੁੱਖਾ ਜੀਵਨ ਦਾ ਫਲ ਕੀ ਹੈ। ਪਰ ਉਸ ਦੇ ਬਾਵਜੂਦ ਵੀ ਮਨੁੱਖ ਸੰਸਾਰ ਦੇ ਵਿੱਚ ਭਟਕਿਆ ਹੋਇਆ ਹੈ, ਭਟਕਿਆ ਹੋਇਆ ਜੀਵ ਹੈ। ਇਸ ਸੰਸਾਰ ਦੇ ਅੰਦਰ ਸਭ ਤੋਂ ਵੱਧ ਕੇ ਜੇ ਭਟਕਣਾ ਦੇ ਵਿੱਚ ਕੋਈ ਹੈ ਤੇ ਉਹ ਮਨੁੱਖ ਹੈ, ਸਭ ਤੋਂ ਵੱਧ ਕੇ। ਖਿਮਾ ਕਰਿਓ, ਅੱਜ ਜਦੋਂ ਅਸੀਂ ਮਨੁੱਖੀ ਜੀਵਨ ਦੇਖਦੇ ਹਾਂ ਤੇ ਮਨੁੱਖੀ ਜੀਵਨ ਦੇ ਵਿੱਚ ਜਿੰਨਾ ਕੁ ਨਿਘਾਰ ਆ ਚੁੱਕਾ ਹੈ, ਜਿੰਨਾ ਕੁ ਨਿਊਨਤਾ ਆ ਚੁੱਕੀ ਹੈ, ਨਿਮਨਤਾ ਆ ਚੁੱਕੀ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀਆਂ ਉਹ ਪੰਕਤੀਆਂ ਸਾਨੂੰ ਨਜ਼ਰ ਆਉਂਦੀਆਂ ਹਨ, ਜਿਹਦੇ ਵਿੱਚ ਪਾਤਸ਼ਾਹ ਨੇ ਕਹਿ ਦਿੱਤਾ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਤੇ ਉਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਬਹੁਤਾਇਤ ਹੁੰਦੀ ਜਾ ਰਹੀ ਹੈ। ਜਿਹੜਾ ਮਨੁੱਖ ਹੁੰਦੇ ਹੋਏ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਮਨੁੱਖਾ ਹੈ,
ਪਰ ਕਰਮ ਪਸ਼ੂਆਂ ਤੋਂ ਵੱਧ ਕੇ ਨਹੀਂ ਹਨ। ਕਰਮ ਪਸ਼ੂਆਂ ਤੋਂ ਵੱਧ ਕੇ ਨਹੀਂ ਕਰ ਪਾ ਰਿਹਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਨਹੀਂ ਰਹਿਣਾ ਇਸ ਸੰਸਾਰ ਦੇ ਉੱਤੇ। ਬਸ ਖਾਣ ਪੀਣ ਪਹਿਰਨ ਦੇ ਵੱਲ ਹੀ ਮਨੁੱਖ ਦਾ ਧਿਆਨ ਹੈ, ਪਰਮੇਸ਼ਵਰ ਨੂੰ ਵਿਸਾਰਿਆ ਹੋਇਆ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਗੁਰੂ ਸਾਹਿਬਾਨ ਇਸ ਸੰਸਾਰ ਦੇ ਉੱਤੇ ਮਨੁੱਖਤਾ ਨੂੰ ਤਾਰਨ ਦੇ ਵਾਸਤੇ, ਕਲਿਆਣ ਦੇ ਵਾਸਤੇ ਸਤਿਗੁਰਾਂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਤੇ ਸ਼ਬਦ ਗੁਰੂ ਸਤਿਗੁਰੂ ਜੀ ਸਾਨੂੰ ਹਰ ਰੋਜ਼ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤੇ ਅੱਜ ਦੇ ਪਾਵਨ ਉਪਦੇਸ਼ ਦੇ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਮ ਵਕਤਾ ਹੋ ਕਰਕੇ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਹਨ, ਪਾਣੀ ਪੱਖਾ ਪੀਸੋ ਸੰਤ ਆਗੈ। ਸਤ ਸੰਗਤ ਦੇ ਵਿੱਚ, ਸੰਤ ਦਾ ਭਾਵ ਹੈ ਸਤ ਸੰਗਤ, ਸੰਤ ਜਨ ਜਾਂ ਸੰਤ ਦਾ ਭਾਵ ਹੈ ਗੁਰੂ। ਗੁਰੂ ਵੀ ਸੰਤ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਪੀਸੋ। ਜੇ ਅਸੀਂ ਪੀਸੋ ਸ਼ਬਦ ਪੜ੍ਹਦੇ ਹਾਂ ਤੇ ਇਹਦਾ ਭਾਵ ਹੈ ਕਿ ਤੁਸੀਂ ਪੀਸੋ। ਪਰ ਜਦੋਂ ਅਸੀਂ ਰਹਾਓ ਦਾ ਪਦ ਦੇਖਦੇ ਹਾਂ ਤੇ ਉੱਥੇ ਫਿਰ ਇਹ ਸ਼ਬਦ ਦਾ ਭਾਵ ਕਲੀਅਰ ਹੋ ਜਾਂਦਾ ਹੈ, ਕਿਉਂਕਿ ਬਾਣੀ ਦਾ ਇਹ ਉਪਦੇਸ਼ ਹੈ। ਸਤਿਗੁਰ ਉੱਤਮ ਵਕਤਾ ਹੋ ਕਰਕੇ ਬਾਣੀ ਉਪਦੇਸ਼ ਕਰਦੇ ਹਨ। ਹਮੇਸ਼ਾ ਆਪਣੇ ਆਪ ਤੇ ਢੁਕਾ ਕੇ ਗੱਲ ਕਰਨੀ ਤੇ ਸੰਗਤ ਨੂੰ ਉਪਦੇਸ਼ ਕਰਨਾ, ਇਹ ਉੱਤਮ ਵਕਤਾ ਦੀ ਨਿਸ਼ਾਨੀ ਹੋਇਆ ਕਰਦੀ ਹੈ। ਮੱਧਮ ਵਕਤਾ ਹੋਇਆ ਕਰਦਾ ਹੈ ਜਿਹੜਾ ਇੱਕ ਦੂਸਰੇ ਨੂੰ ਉਪਦੇਸ਼ ਦੇ ਕੇ ਤੇ ਕਿਸੇ ਹੋਰ ਨੂੰ ਸਮਝਾਉਣਾ ਕਰੇ। ਜਿਵੇਂ ਪੰਜਾਬੀ ਦਾ ਅਖਾਣ ਹੈ ਕਿ ਕਹਿਣਾ ਧੀ ਨੂੰ ਤੇ ਸਮਝਾਉਣਾ ਨੂੰਹ ਨੂੰ। ਇਹ ਮੱਧਮ ਵਕਤਾ ਹੋਇਆ ਕਰਦਾ ਹੈ। ਤੇ ਕਨਿਸ਼ਟ ਵਕਤਾ, ਨੀਚ ਵਕਤਾ ਹੋਇਆ ਕਰਦਾ ਹੈ ਜਿਹੜਾ ਸਿੱਧਾ ਹੀ ਅਗਲੇ ਦੇ ਮੂੰਹ ਤੇ ਕਹਿ ਦੇਵੇ ਉਹਦੇ ਔਗਣਾਂ ਨੂੰ, ਉਹਦੇ ਦੋਸ਼। ਪਰ ਗੁਰੂ ਸਾਹਿਬ ਜੀ ਨੇ ਜੇ ਦੋਸ਼ਾਂ ਦੀ ਵੀ ਗੱਲ ਕੀਤੀ ਹੈ, ਔਗਣਾਂ ਦੀ ਵੀ ਗੱਲ ਕੀਤੀ ਹੈ, ਤੇ ਉਹਨਾਂ ਨੂੰ ਆਪਣੇ ਤੇ ਢੁਕਾ ਕੇ ਗੱਲ ਕੀਤੀ ਹੈ। ਤੇ ਮੰਗ ਵੀ ਸਤਿਗੁਰ ਜੀ ਮੰਗ ਰਹੇ ਹਨ ਤੇ ਆਪਣੇ ਤੇ ਢੁਕਾ ਕੇ ਮੰਗ ਰਹੇ ਹਨ। ਪਾਣੀ ਪੱਖਾ ਪੀਸੋ ਸੰਤ ਆਗੈ। हे ਪਰਮੇਸ਼ਵਰ, ਐਸੀ ਕਿਰਪਾ ਕਰੋ, ਐਸੀ ਬਖਸ਼ਿਸ਼ ਕਰੋ ਸਾਡੇ ਤੇ ਕਿ ਅਸੀਂ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਆ ਕਰਕੇ, ਗੁਰੂ ਦੀ ਸੰਗਤ ਦੇ ਵਿੱਚ ਆ ਕਰਕੇ ਪਾਣੀ ਤੋਂ ਭਾਵ ਜਲ ਦੇ ਨਾਲ ਸੇਵਾ ਕਰ ਸਕੀਏ। ਤੁਸੀਂ ਦੇਖੋ ਸਤਿਗੁਰ ਦੀ ਹਦੂਦ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਸੰਗਤਾਂ ਜਲ ਦੇ ਨਾਲ ਕਿੰਨੀਆਂ ਸੇਵਾਵਾਂ ਕਰਦੀਆਂ ਹਨ। ਪੱਖਾ ਤੋਂ ਭਾਵ ਹੈ ਜਿਵੇਂ ਗਰਮੀ ਦੀ ਰੁੱਤ ਹੋਵੇ। ਅੱਜ ਤੇ ਚਲੋ ਬਿਜਲੀ ਵਾਲੇ ਪੱਖੇ ਹਨ, ਪਰ ਪੁਰਾਤਨ ਸਮੇਂ ਦੇ ਅੰਦਰ ਹੱਥ ਦੇ ਨਾਲ ਹਵਾ ਝੱਲੀ ਜਾਂਦੀ ਹੈ। ਸੋ ਉਸੇ ਪ੍ਰਕਾਰ ਸਤਿਗੁਰੂ ਇੱਥੇ ਸੇਵਾ ਦਾ ਭਾਵ ਪ੍ਰਗਟ ਕਰ ਰਹੇ ਹਨ ਕਿ ਅਸੀਂ ਗੁਰੂ ਦੇ ਦਰ ਤੇ ਆ ਕੇ, ਸੰਗਤ ਵਿੱਚ ਆ ਕੇ ਸੇਵਾ ਕਮਾ ਸਕੀਏ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਨ ਪਾਈਐ। ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਵਿੰਦ ਜਸ ਗਾਈ। हे ਸਤਿਗੁਰ, ਇਹ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ ਕਿ ਸੇਵਾ ਕਰਦੇ ਹੋਏ ਗੱਲਾਂ ਬਾਤਾਂ ਨਹੀਂ ਕਰਨੀਆਂ। ਅਗਰ ਸੇਵਾ ਕਰ ਰਹੇ ਹਾਂ ਤੇ ਸੇਵਾ ਕਰਦੇ ਹੋਏ ਗੋਬਿੰਦ ਦੇ ਜਸ ਵਡਿਆਈਆਂ ਨੂੰ ਗਾਉਣਾ ਹੈ, ਉਹਦੀ ਉਸਤਤ ਕਰਨੀ ਹੈ, ਵਡਿਆਈ ਕਰਨੀ ਹੈ। ਭਾਵ ਧਿਆਨ ਪਰਮੇਸ਼ਵਰ ਦੇ ਵਿੱਚ ਹੋਵੇ, ਧਿਆਨ ਨਿਰੰਕਾਰ ਦੇ ਵਿੱਚ ਹੋਵੇ, ਧਿਆਨ ਗੁਰੂ ਦੇ ਵਿੱਚ ਹੋਵੇ। ਧਿਆਨ ਬਹੁਤ ਕੀਮਤੀ ਚੀਜ਼ ਹੈ। ਖਿਮਾ ਕਰਿਓ, ਮਨੁੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ ਧਿਆਨ ਹੈ, ਕਨਸੈਂਟਰੇਸ਼ਨ ਹੈ। ਪਰ ਅੱਜ ਬਹੁਤਾਇਤ ਵਿੱਚ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਮੇਰਾ ਧਿਆਨ ਕਿੱਥੇ ਹੈ। ਧਿਆਨ ਭਟਕ ਜਾਏਗਾ ਤੇ ਜੀਵਨ ਭਟਕ ਜਾਏਗਾ। ਇਹ ਗੱਲ ਯਾਦ ਰੱਖਿਓ। ਜਿਨ੍ਹਾਂ ਦੇ ਜੀਵਨ ਭਟਕੇ ਹੋਏ ਹਨ ਉਹਦਾ ਇੱਕੋ ਹੀ ਕਾਰਨ ਹੈ ਕਿ ਉਹਨਾਂ ਦਾ ਧਿਆਨ ਭਟਕਿਆ ਹੋਇਆ ਹੈ। ਜੇ ਧਿਆਨ ਤੁਹਾਡੇ ਪਕੜ ਵਿੱਚ ਹੈ ਤੇ ਤੁਹਾਡਾ ਜੀਵਨ ਵੀ ਤੁਹਾਡੇ ਪਕੜ ਵਿੱਚ ਰਹੇਗਾ। ਅਗਰ ਧਿਆਨ ਪਕੜ ਵਿੱਚ ਨਹੀਂ ਹੈ, ਬੈਠੇ ਕਿਤੇ ਹਾਂ ਧਿਆਨ ਕਿਤੇ ਹੈ, ਗੱਲ ਕੋਈ ਚੱਲ ਰਹੀ ਹੈ ਧਿਆਨ ਕਿਸੇ ਹੋਰ ਗੱਲ ਵਿੱਚ ਹੈ, ਤੇ ਐਸਾ ਜੀਵਨ ਤੁਹਾਨੂੰ ਸਥਿਰ ਨਹੀਂ ਮਿਲੇਗਾ, ਟਿਕਾ ਵਿੱਚ ਨਹੀਂ ਮਿਲੇਗਾ। ਪ੍ਰੈਕਟੀਕਲ ਕਰਨਾ ਹੈ। ਗੁਰਮਤਿ ਪ੍ਰੈਕਟੀਕਲ ਦਾ ਵਿਸ਼ਾ ਹੈ। ਅਸੀਂ ਆਪਣੇ ਜੀਵਨ ਦੇ ਅੰਦਰ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਆਪਣੀ ਸੁਰਤ ਨੂੰ, ਆਪਣੀ ਧਿਆਨ ਨੂੰ ਗੁਰੂ ਸ਼ਬਦ ਦੇ ਨਾਲ ਜੋੜ ਕੇ ਰੱਖਣਾ ਹੈ।
ਇਹ ਪ੍ਰੈਕਟਿਸ ਕਰਨੀ ਹੈ, ਇਹ ਐਕਸਰਸਾਈਜ਼ ਹੈ। ਜਦੋਂ ਸਤਿਗੁਰ ਦੀ ਹਜ਼ੂਰੀ ਵਿੱਚ ਬੈਠੇ ਹੋਈਏ ਤੇ ਯਤਨ ਕਰੀਏ, ਅਸੀਂ ਸਿੱਖ ਹਾਂ ਤੇ ਸਿੱਖਣ ਦਾ ਯਤਨ ਕਰਨਾ ਹੈ। ਜੇ ਅਸੀਂ ਸਿੱਖ ਹੀ ਨਹੀਂ ਰਹੇ ਤੇ ਫਿਰ ਅਸੀਂ ਸਿੱਖ ਕਾਦੇ ਹਾਂ? ਜੇ ਅਸੀਂ ਗੁਰੂ ਦੀ ਸਿੱਖਿਆ ਹੀ ਨਹੀਂ ਲੈ ਰਹੇ ਫਿਰ ਅਸੀਂ ਸਿੱਖ ਕਾਦੇ ਹਾਂ? ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਲੈਣੀ ਹੀ ਗੁਰੂ ਦਾ ਸਿੱਖ ਹੋਣਾ ਹੈ। ਹਰ ਰੋਜ਼ ਸਿੱਖ ਬਣੇ ਰਹਿਣ ਦਾ ਮਤਲਬ ਹੈ ਕਿ ਹਰ ਰੋਜ਼ ਅਸੀਂ ਕੁਝ ਸਿੱਖ ਰਹੇ ਹਾਂ। ਸਿਰਫ ਜਨਮ ਲੈ ਲਿਆ ਤੇ ਅਸੀਂ ਸਿੱਖ ਹੋ ਗਏ, ਇਹ ਨਹੀਂ ਹੈ। ਗੁਰਮਤਿ ਨੇ ਇਸ ਨੂੰ ਪ੍ਰਮਾਣ ਨਹੀਂ ਕੀਤਾ ਵੀ ਸਿੱਖਾਂ ਦੇ ਘਰ ਜਨਮ ਹੋ ਗਿਆ ਤੇ ਤੁਸੀਂ ਸਿੱਖ ਹੋ ਗਏ। ਗੁਰੂ ਦੇ ਉਪਦੇਸ਼ ਦੇ ਅਨੁਸਾਰ ਸਤਿਗੁਰ ਕਹਿੰਦੇ ਜੇ ਸਿੱਖੀ ਵਾਲੇ ਗੁਣ ਹਨ ਤੇ ਸਿੱਖ ਹੈ, ਜੇ ਸਿੱਖ ਰਿਹਾ ਹੈ ਤੇ ਸਿੱਖ ਹੈ, ਜੇ ਗੁਰਮਤਿ ਦਾ ਧਾਰਨੀ ਹੈ ਤੇ ਸਿੱਖ ਹੈ। ਸਿਰਫ ਸਿੱਖਾਂ ਦੇ ਘਰ ਜਨਮ ਲੈ ਕੇ ਨਾ ਕਹਿਓ ਵੀ ਸਿੱਖ ਹੈ। ਇਸੇ ਕਰਕੇ ਅੱਜ ਅਸੀਂ ਜਦੋਂ ਕਿਸੇ ਭਟਕੇ ਹੋਏ ਨੂੰ ਦੇਖਦੇ ਹਾਂ ਨਾ ਤੇ ਅਸੀਂ ਕਹਿ ਦਿੰਦੇ ਹਾਂ ਵੀ ਇਹ ਸਿੱਖ ਹੈ। ਦੇਖੋ, ਸਿੱਖ ਕੁਰਾਹੇ ਪਿਆ ਹੋਇਆ ਹੈ। ਸਿੱਖ ਕਦੇ ਕੁਰਾਹੇ ਨਹੀਂ ਪੈ ਸਕਦਾ, ਸਿੱਖ ਕਦੇ ਭਟਕ ਨਹੀਂ ਸਕਦਾ। ਜਿਹੜਾ ਭਟਕਿਆ ਹੋਇਆ ਹੈ ਉਹ ਸਿੱਖ ਹੀ ਨਹੀਂ ਹੈ। ਜਿਹੜਾ ਕੁਰਾਹੇ ਪੈ ਗਿਆ ਉਹ ਸਿੱਖ ਕਿੱਥੋਂ ਹੈ ਦੱਸੋ? ਜਿਹਦੇ ਅੰਦਰ ਔਗਣ ਆ ਗਏ, ਵਿਕਾਰ ਆ ਗਏ, ਜਿਹਦੇ ਅੰਦਰ ਸੁਨਹਿਰੀ ਸੋਨੇ ਦਾ ਗੁਣ ਹੀ ਨਹੀਂ ਹੈ, ਉਹਨੂੰ ਸੋਨਾ ਕਿਵੇਂ ਕਹਿ ਸਕਦੇ ਹਾਂ? ਨਹੀਂ ਕਹਿ ਸਕਦੇ। ਸੋਨਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਸੁਨਹਿਰੀ ਸੋਨੇ ਦੇ ਗੁਣ ਹਨ। ਸੁਨਾਰ ਦੇਖ ਕੇ ਦੱਸ ਦੇਵੇਗਾ ਇਹ ਸੋਨਾ ਨਹੀਂ ਹੈ, ਇਹਦੇ ਵਿੱਚ ਖੋਟ ਹੈ, ਇਹ ਪਿੱਤਲ ਹੈ। ਇਸੇ ਕਰਕੇ ਗੁਰੂ ਦੱਸ ਦਿੰਦਾ ਹੈ ਵੀ ਤੂੰ ਸਿੱਖ ਹੈ ਕਿ ਨਹੀਂ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਅਸੀਂ ਇੱਥੇ ਸਿੱਖ ਬਣਨ ਦੇ ਵਾਸਤੇ ਆਉਂਦੇ ਹਾਂ। ਹਰ ਰੋਜ਼ ਆਪਣੇ ਮਨ ਵਿੱਚ ਇਸ ਅਹੰਕਾਰ ਦੇ ਵਿੱਚ ਨਾ ਰਹੀਏ, ਇਸ ਅਭਿਮਾਨ ਦੇ ਵਿੱਚ ਨਾ ਰਹੀਏ ਕਿ ਅਸੀਂ ਸਿੱਖ ਹੋ ਗਏ। ਸਿੱਖ ਸਾਰੀ ਜ਼ਿੰਦਗੀ ਸਿੱਖ ਨਹੀਂ ਹੋ ਸਕਦਾ। ਸਿੱਖ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਪਾਣੀ ਪੱਖਾ ਪੀਸੋਂ ਸੰਤ ਆਗੈ। ਸਤਿਪੁਰਸ਼ਾਂ ਦੇ ਅੱਗੇ ਭਾਵ ਹਜ਼ੂਰੀ ਦੇ ਵਿੱਚ, ਅੱਗੇ ਤੋਂ ਭਾਵ ਹੈ ਹੁਕਮ ਦੇ ਵਿੱਚ, ਹਜ਼ੂਰੀ ਦੇ ਵਿੱਚ ਅਸੀਂ ਸੇਵਾ ਦਾ ਭਾਵ ਪੈਦਾ ਕਰੀਏ ਤੇ ਸੇਵਾ ਕਰਦੇ ਹੋਏ ਅਸੀਂ ਗੁਰੂ ਦੇ ਪਰਮੇਸ਼ਵਰ ਦੇ ਜਸ ਨੂੰ ਸਿਮਰਨ ਕਰੀਏ, ਗਾਉਣਾ ਕਰੀਏ। ਸਾਸ ਸਾਸ ਮਨ ਨਾਮ ਸਮਾਰਾ, ਇਹੋ ਬਿਸਰਾਮ ਨਿਧ ਪਾਈ। ਸਾਸ ਸਾਸ, ਸਵਾਸ ਸਵਾਸ ਜੋ ਆ ਰਿਹਾ ਹੈ ਤੇ ਜਾ ਰਿਹਾ ਹੈ, ਸਵਾਸ ਸਵਾਸ ਉਸ ਪਰਮੇਸ਼ਵਰ ਦੇ ਨਾਮ ਨੂੰ ਸੰਭਾਲਣਾ ਹੈ। ਮਨ ਨਾਮ ਸੰਭਾਰੈ। ਸਾਡਾ ਮਨ ਉਸ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰੇ। ਦੇਖੋ, ਬੈਠੇ ਹੋਇਆਂ ਸਾਡਾ ਸਵਾਸ ਵਿਅਰਥ ਤੇ ਨਹੀਂ ਜਾ ਰਿਹਾ। ਜਿੰਨੇ ਸਵਾਸ ਅਸੀਂ ਸੰਗਤ ਵਿੱਚ ਬੈਠ ਕੇ ਲੈ ਰਹੇ ਹਾਂ, ਸਾਡਾ ਸਵਾਸ ਕਿਤੇ ਵਿਅਰਥ ਤੇ ਨਹੀਂ ਜਾ ਰਿਹਾ। ਇਹਦਾ ਧਿਆਨ ਰੱਖੋ ਕਿਉਂਕਿ ਸਵਾਸ ਬਹੁਤ ਕੀਮਤੀ ਹੈ। ਇਹ ਸਵਾਸ ਬੜੇ ਕੀਮਤੀ ਹਨ। ਇਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ ਹੈ, ਪਰ ਨਜ਼ਰ ਉਦੋਂ ਆਉਂਦੀ ਹੈ ਜਦੋਂ ਇਹ ਸਵਾਸ ਮੁੱਕਣ ਲੱਗਦੇ ਹਨ, ਜਦੋਂ ਅਟਕ ਜਾਂਦੇ ਹਨ। ਜਦੋਂ ਸਵਾਸ ਅਟਕ ਕੇ ਆਵੇ ਨਾ, ਲੱਗੇ ਵੀ ਹੁਣ ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ, ਉਦੋਂ ਪਤਾ ਲੱਗਦਾ ਹੈ ਵੀ ਇਹਦੀ ਕੀਮਤ ਕੀ ਹੈ। ਜਦੋਂ ਤੱਕ ਇਹ ਨਾਰਮਲ ਚੱਲ ਰਿਹਾ ਹੈ, ਮਨੁੱਖ ਦਾ ਧਿਆਨ ਹੀ ਨਹੀਂ ਹੈ ਵੀ ਕਿੰਨੇ ਸਵਾਸ ਅਸੀਂ ਦਿਨ ਦੇ ਵਿੱਚ ਖਰਚ ਦਿੱਤੇ, ਕਿੰਨੇ ਸਵਾਸ ਅਸੀਂ ਵਿਅਰਥ ਗਵਾ ਦਿੱਤੇ। ਪਰ ਇਸ ਕਰਕੇ ਸਤਿਗੁਰ ਸਾਨੂੰ ਸੁਚੇਤ ਕਰਦੇ ਹਨ, ਹੇ ਭਾਈ, ਹੇ ਮਨੁੱਖ, ਸਾਸ ਸਾਸ ਮਨ ਨਾਮ ਸੰਭਾਰੈ। ਉਸ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ। ਇੱਕ ਇੱਕ ਸਵਾਸ ਦੇ ਨਾਲ ਜਪ ਵਾਹਿਗੁਰੂ 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 ਵਾਹਿਗੁਰੂ
ਮਨ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰਨੀ ਹੈ। ਨਾਮ ਬਹੁਤ ਕੀਮਤੀ ਹੈ। ਉੱਚੇ ਉੱਪਰ ਉੱਚਾ ਨਾਉ। ਸਤਿਗੁਰ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਇਹ ਨਾਮ ਦੀ ਵਡਿਆਈ ਹੈ। ਸੁਖਮਨੀ ਸੁਖ ਗੋਬਿੰਦ ਗੁਣ ਨਾਮ। ਪਰਮੇਸ਼ਵਰ ਦਾ ਨਾਮ ਸੁਖਾਂ ਦੀ ਮਣੀ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ। ਇੰਨੇ ਫਲ ਹਨ, ਇੰਨੀਆਂ ਵਡਿਆਈਆਂ ਹਨ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਸਾਸ ਸਾਸ ਮਨ ਨਾਮ ਸੰਭਾਰੈ ਇਹੋ ਬਿਸਰਾਮ ਨਿਧ ਪਾਈ। ਨਿਧ ਤੋਂ ਭਾਵ ਹੈ ਖਜ਼ਾਨਾ, ਬਿਸਰਾਮ ਤੋਂ ਭਾਵ ਹੈ ਟਿਕਾ। ਸਤਿਗੁਰ ਕਹਿੰਦੇ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ ਭਾਈ। ਪਰਮੇਸ਼ਵਰ ਦੇ ਨਾਮ ਨੂੰ ਸੰਭਾਲਣਾ ਕਰ। ਇਸ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਦੇ ਨਾਲ ਤੈਨੂੰ ਸਾਰੇ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਹੋਣਗੇ ਤੇ ਤੇਰਾ ਮਨ ਟਿਕਾ ਦੇ ਵਿੱਚ ਆ ਜਾਏਗਾ। ਤੇਰਾ ਮਨ ਟਿਕ ਜਾਏਗਾ, ਤੇਰਾ ਮਨ ਸ਼ਾਂਤ ਹੋ ਜਾਏਗਾ। ਇਹ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਹੈ। ਤੁਮ ਕਰਹੁ ਦਇਆ ਮੇਰੇ ਸਾਈ। हे ਸਾਈਂ, हे ਮਾਲਕ, ਤੁਮ ਕਰਹੁ ਦਇਆ। ਤੂੰ ਮੰਗੀ ਹੈ। ਇਹ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੋ ਜਾਵਣ, ਸਾਨੂੰ ਨਾਮ ਪ੍ਰਾਪਤ ਹੋ ਜਾਵੇ, ਸਾਨੂੰ ਟਿਕਾ ਪ੍ਰਾਪਤ ਹੋ ਜਾਵੇ, ਸਾਡੇ ਅੰਦਰ ਸੇਵਾ ਦਾ ਭਾਵ ਪੈਦਾ ਹੋ ਜਾਏ। ਅਸੀਂ ਸਤਿਗੁਰ ਦੀ ਹਜ਼ੂਰੀ ਦੇ ਅੰਦਰ ਬੈਠ ਕਰਕੇ ਪਰਮੇਸ਼ਵਰ ਦਾ ਨਾਮ ਸਿਮਰ ਸਕੀਏ, ਸੇਵਾ ਕਮਾ ਸਕੀਏ। ਐਸੀ ਬਖਸ਼ਿਸ਼ ਦੇ ਵਾਸਤੇ ਸਤਿਗੁਰ ਕਹਿੰਦੇ ਤੁਮ ਕਰਹੁ ਦਇਆ। हे ਪਰਮੇਸ਼ਵਰ, ਤੂੰ ਦਇਆ ਕਰ। ਸਾਡਾ ਕੋਈ ਦਾਵਾ ਨਹੀਂ ਹੈ, ਸਾਡਾ ਕੋਈ ਹੱਕ ਨਹੀਂ ਹੈ, ਤੂੰ ਆਪ ਦਇਆ ਕਰ। ਕਿਉਂਕਿ ਜੇ ਅਸੀਂ ਦਾਵਾ ਕਰਕੇ ਬੈਠ ਜਾਵਾਂਗੇ ਤੇ ਫਿਰ ਹਉਮੈ ਦਾ ਭਾਵ ਪੈਦਾ ਹੋ ਜਾਂਦਾ ਹੈ ਵੀ ਮੇਰੀ ਯੋਗਤਾ ਹੈ, ਮੈਨੂੰ ਚਾਹੀਦਾ ਹੀ ਚਾਹੀਦਾ ਹੈ। ਫਿਰ ਹਉਮੈ ਆ ਜਾਂਦੀ ਹੈ, ਹੰਗਤਾ ਆ ਜਾਂਦੀ ਹੈ। ਇਸ ਕਰਕੇ ਲੇਸ ਮਾਤਰ ਵੀ ਹੰਗਤਾ ਜੋ ਹੈ ਉਹ ਜੀਵਨ ਦਾ ਨੁਕਸਾਨ ਕਰਦੀ ਹੈ। ਪਰ ਸਤਿਗੁਰ ਸਾਡੇ ਅੰਦਰ ਲੇਸ ਮਾਤਰ, ਇੱਕ ਰੱਤੀ ਮਾਤਰ ਵੀ ਹਉਮੈ ਜੋ ਹੈ ਉਹ ਰਹਿਣ ਨਹੀਂ ਦਿੰਦੇ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ। ਸਤਿਗੁਰ ਸਾਡੇ ਹਉਮੈ ਦਾ ਰੋਗ ਕੱਟ ਦਿੰਦੇ ਹਨ। ਦਾਵਾ ਨਹੀਂ ਹੈ ਸਾਡਾ। हे ਪ੍ਰਮਾਤਮਾ, हे ਨਿਰੰਕਾਰ, हे ਸਤਿਗੁਰ, ਆਪ ਕਿਰਪਾ ਕਰੋ। ਤੁਮ ਕਰਹੁ ਦਇਆ, ਆਪ ਦਇਆ ਕਰੋ, ਕਿਰਪਾ ਕਰੋ ਮੇਰੇ ਸਾਈਂ। हे ਮੇਰੇ ਸਾਈਂ, हे ਮੇਰੇ ਮਾਲਕ, ਤੂੰ ਆਪ ਕਿਰਪਾ ਕਰਕੇ ਤੇ ਮੈਨੂੰ ਇਹ ਦਾਤਾਂ ਬਖਸ਼ਣਾ ਕਰ। ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਐਸੀ ਮਤ, ਐਸੀ ਅਕਲ, ਐਸੀ ਵਿਵੇਕ ਬੁੱਧ ਬਖਸ਼ਿਸ਼ ਕਰ। हे ਪਰਮੇਸ਼ਵਰ, ਮੈਨੂੰ ਐਸੀ ਮਤ ਬਖਸ਼ਿਸ਼ ਕਰ ਜਿਸ ਮਤ ਦੇ ਦੁਆਰਾ, ਜਿਸ ਸਿੱਖਿਆ ਦੇ ਦੁਆਰਾ ਸਦਾ ਸਦਾ ਮੈਂ ਹਮੇਸ਼ਾ ਦੇ ਵਾਸਤੇ ਤੇਰਾ ਨਾਮ ਜਪਾਂ, ਤੁਧ ਧਿਆਈ, ਤੈਨੂੰ ਚੇਤੇ ਵਿੱਚ ਰੱਖਾਂ, ਧਿਆਨ ਵਿੱਚ ਰੱਖਾਂ। ਐਸੀ ਮਤ ਦੇ। ਕਿਉਂਕਿ ਮਤ ਕਰਕੇ ਹੀ ਮਨੁੱਖ ਦਾ ਜੀਵਨ ਭਟਕਿਆ ਹੋਇਆ ਹੈ। ਮਤ ਕਰਕੇ ਹੀ ਮਨੁੱਖ ਦੁਖੀ ਹੈ। ਦੁੱਖ ਦਾ ਕਾਰਨ ਹੋਰ ਕੋਈ ਨਹੀਂ ਹੈ। ਦੁੱਖ ਦਾ ਕਾਰਨ ਮਨੁੱਖ ਦੀ ਵਿਚਾਰ ਹੋਇਆ ਕਰਦੀ ਹੈ, ਸੋਚ ਹੋਇਆ ਕਰਦੀ ਹੈ। ਸੋਚ ਕਰਕੇ ਮਨੁੱਖ ਦੁਖੀ ਹੈ। ਤੁਸੀਂ ਆਪਣੀ ਸੋਚ ਬਦਲ ਲਵੋ, ਤੁਹਾਡਾ ਜੀਵਨ ਬਦਲ ਜਾਏਗਾ। ਤੁਸੀਂ ਆਪਣੀ ਸੋਚ ਬਦਲ ਲਵੋ, ਤੁਹਾਡਾ ਦੁੱਖ ਜੋ ਹੈ ਉਹ ਸੁੱਖ ਦੇ ਵਿੱਚ ਬਦਲ ਜਾਏਗਾ। ਸੋਚ ਬਦਲਣ ਦੀ ਲੋੜ ਹੈ, ਜੀਵਨ ਆਪਣੇ ਆਪ ਬਦਲ ਜਾਂਦਾ ਹੈ। ਪਰ ਮਨੁੱਖ ਸੋਚ ਨਹੀਂ ਬਦਲਦਾ, ਜੀਵਨ ਬਦਲਣਾ ਚਾਹੁੰਦਾ ਹੈ। ਮਨੁੱਖ ਆਪਣਾ ਜੀਵਨ ਤੇ ਬਦਲਣਾ ਚਾਹੁੰਦਾ ਹੈ ਵੀ ਮੇਰਾ ਜੀਵਨ ਬਦਲ ਜਾਏ, ਲੇਕਿਨ ਸੋਚ ਬਦਲਣ ਨੂੰ ਤਿਆਰ ਨਹੀਂ ਹੈ। ਜਦੋਂ ਤੱਕ ਸੋਚ ਨਹੀਂ ਬਦਲੇਗੀ, ਮਤ ਨਹੀਂ ਬਦਲੇਗੀ, ਉਦੋਂ ਤੱਕ ਜੀਵਨ ਨਹੀਂ ਬਦਲ ਸਕਦਾ। ਜਦੋਂ ਤੱਕ ਬੀਜ ਨਹੀਂ ਬਦਲੇਗਾ, ਉਦੋਂ ਤੱਕ ਫਲ ਨਹੀਂ ਬਦਲੇਗਾ। ਧਿਆਨ ਦਿਓ, ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਲੋੜੈ ਦਾਖ ਬਿਜੂਰੀਆਂ ਕਿੱਕਰ ਬੀਜੈ ਜੱਟ ਹੰਢੈ ਉੱਨ ਕਤਾਏ ਦਾ ਪੈਦਾ ਲੋੜੈ ਪੱਟ।
ਅਸੀਂ ਬੀਜ ਤੇ ਕੰਡੇ ਰਹੇ ਹਾਂ, ਚਾਹੁੰਦੇ ਫੁੱਲ ਹਾਂ। ਮਤ ਵਿੱਚ ਸਾਡੀ ਜੋ ਹੈ ਉਹ ਨੈਗੇਟਿਵਿਟੀ ਹੈ, ਨਕਾਰਾਤਮਕਤਾ ਹੈ, ਤੇ ਚਾਹੁੰਦੇ ਅਸੀਂ ਪੋਜ਼ਿਟਿਵਿਟੀ ਹਾਂ, ਸਕਾਰਾਤਮਕਤਾ ਹਾਂ। ਦੁੱਖ ਚੱਲ ਰਿਹਾ ਹੈ ਸੋਚ ਦੇ ਵਿੱਚ ਤੇ ਚਾਹੁੰਦੇ ਅਸੀਂ ਸੁੱਖ ਹਾਂ। ਸੋ ਜੇ ਜੀਵਨ ਬਦਲਣਾ ਹੈ ਤੇ ਮਤ ਬਦਲਣੀ ਪੈਣੀ ਹੈ, ਸੋਚ ਬਦਲਣੀ ਪੈਣੀ ਹੈ। ਜੀਵਨ ਦਾ ਆਧਾਰ ਸਾਡੀ ਸੋਚ ਹੈ। ਇਸ ਕਰਕੇ ਸਤਿਗੁਰ ਕਹਿੰਦੇ ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸਤਿਗੁਰ ਗੁਰ ਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੁ ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ। ਆਪਣੀ ਮਤ ਨੂੰ ਤਿਆਗ ਕਰਕੇ, ਮਨ ਕੀ ਮਤ ਤਿਆਗਹੁ ਹਰ ਜਨ। ਹੇ ਹਰੀ ਦੇ ਜਨ, ਹੇ ਪਿਆਰਿਓ ਗੁਰ ਸਿੱਖੋ, ਆਪਣੇ ਮਨ ਦੀ ਮਤ ਨੂੰ ਤਿਆਗ ਦਿਓ, ਆਪਣੇ ਮਨ ਦੇ ਫੁਰਨਿਆਂ ਨੂੰ ਛੱਡ ਦਿਓ, ਗੁਰੂ ਦੀ ਮਤ ਲਵੋ, ਗੁਰੂ ਦਾ ਉਪਦੇਸ਼ ਲਵੋ। ਤੇ ਇਹ ਅਰਦਾਸ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸਾਡੇ ਵਾਸਤੇ। ਥਾਏ ਪਰ ਥਾਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਵਾਸਤੇ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕੀਤੀਆਂ ਹਨ। ਸਤਿਗੁਰ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨਹਿ ਉਭਾਰਿਆ। ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਿਰਦ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਜਦੋਂ ਇੱਥੋਂ ਤੱਕ ਸਤਿਗੁਰ ਨੇ ਸਾਨੂੰ ਸਮਝਾਇਆ ਤੇ ਸਤਿਗੁਰ ਕਹਿਣ ਲੱਗੇ ਇਹ ਮਨੁੱਖ ਏਡੀ ਛੇਤੀ ਸਮਝ ਨਹੀਂ ਸਕਦਾ। ਫਿਰ ਸਤਿਗੁਰ ਨੇ ਪਰਮਾਤਮਾ ਤੋਂ ਮੰਗ ਮੰਗੀ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਹਿਓ ਤੋ ਨਾਨਕ ਸੀਜੈ। ਕਿ ਪਰਮਾਤਮਾ ਤੂੰ ਆਪ ਕਿਰਪਾ ਕਰ, ਬਖਸ਼ ਦੇ ਇਹਨਾਂ ਮਨੁੱਖਾਂ ਨੂੰ, ਇਹਨਾਂ ਤੇ ਬਖਸ਼ਿਸ਼ ਕਰ ਵੀ ਇਹਨਾਂ ਨੂੰ ਸੋਝੀ ਆ ਜਾਏ, ਸਮਝ ਆ ਜਾਏ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਇਹ ਅਰਦਾਸ ਕਰ ਰਹੇ ਹਨ। ਅਸੀਂ ਇਹ ਅਰਦਾਸ ਕਰਨੀ ਹੈ ਗੁਰੂ ਦੇ ਅੱਗੇ, ਐਸੀ ਮਤ ਦੀਜੈ ਮੇਰੇ ਠਾਕੁਰ। ਹੇ ਮੇਰੇ ਠਾਕੁਰ, ਮੇਰੇ ਮਾਲਕ, ਮੈਨੂੰ ਐਸੀ ਮਤ ਬਖਸ਼ਿਸ਼ ਕਰ ਜਿਹਦੇ ਨਾਲ ਸਦਾ ਸਦਾ ਤੁਧ ਧਿਆਈ, ਮੈਂ ਹਮੇਸ਼ਾ ਦੇ ਵਾਸਤੇ ਤੇਰਾ ਸਿਮਰਨ ਕਰ ਸਕਾਂ, ਤੇਰਾ ਜਾਪ ਕਰ ਸਕਾਂ, ਤੈਨੂੰ ਯਾਦ ਕਰ ਸਕਾਂ। ਯਾਦ ਰੱਖਣਾ ਹੈ ਪਰਮੇਸ਼ਰ ਨੂੰ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਆਪਣੇ ਹਰ ਕਰਮ ਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖੋ, ਨਿਰੰਕਾਰ ਨੂੰ ਯਾਦ ਰੱਖੋ। ਉਹ ਪਰਮਾਤਮਾ ਹੀ ਕਰਤਾ ਹੈ, ਨਿਰੰਕਾਰ ਹੀ ਸਾਰਿਆਂ ਦਾ ਕਰਨਹਾਰ ਹੈ, ਸਭ ਉਹਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ, ਉਹਦੇ ਹੱਥ ਵਿੱਚ ਡੋਰ ਹੈ। ਕਦੇ ਵੀ ਹਿਰਦੇ ਦੇ ਵਿੱਚ ਮੈਂ ਮੇਰੀ ਨਾ ਆ ਜਾਏ, ਕਦੇ ਵੀ ਹਿਰਦੇ ਦੇ ਅੰਦਰ ਇਹ ਨਾ ਆ ਜਾਏ ਮੈਂ ਕਰ ਰਿਹਾ, ਮੈਂ ਕੀਤਾ, ਮੈਂ ਕਰ ਸਕਦਾ। ਇਹ ਮੈਂ ਹੀ ਸਭ ਤੋਂ ਵੱਡਾ ਝੂਠ ਹੈ, ਉਹ ਪਰਮਾਤਮਾ ਹੀ ਕਰਤਾ ਹੈ, ਇਹ ਸਭ ਤੋਂ ਵੱਡਾ ਸੱਤ ਹੈ। ਇਸ ਕਰਕੇ ਗੁਰੂ ਸਾਹਿਬ ਸਾਡੇ ਵਾਸਤੇ ਪਰਮਾਤਮਾ ਤੋਂ ਇਹ ਅਰਦਾਸ ਬੇਨਤੀ ਕਰ ਰਹੇ ਹਨ, ਸਤਿਗੁਰ ਕਿਰਪਾ ਕਰੋ, ਐਸੀ ਮਤ ਦੇਹੋ ਕਿ ਅਸੀਂ ਹਮੇਸ਼ਾ ਦੇ ਵਾਸਤੇ ਤੁਹਾਡਾ ਸਿਮਰਨ ਕਰ ਸਕੀਏ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ, ਬਿਨ ਸਜਾਏ ਪਰਮਾਈ। ਤੁਮਰੀ ਕਿਰਪਾ ਤੇ, ਤੁਹਾਡੀ ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ ਮੋਹ ਆਦਿਕ ਜੋ ਵਿਕਾਰ ਹਨ, ਮੋਹ ਤੋਂ ਆਦ ਲੈ ਕਰਕੇ ਜੋ ਪੰਜੇ ਵਿਕਾਰ ਹਨ, ਮਾਨ ਹੰਕਾਰ ਆਦਿਕ ਜੋ ਹੈ ਇਹ ਛੁੱਟ ਜਾਂਦਾ ਹੈ। ਪਰਮੇਸ਼ਰ ਤੂੰ ਕਿਰਪਾ ਕਰ, ਤੇਰੀ ਕਿਰਪਾ ਦੇ ਨਾਲ ਇਹ ਸਾਡਾ ਮੋਹ ਤੇ ਮਾਨ ਜੋ ਹੈ ਇਹ ਛੁੱਟ ਜਾਏ, ਬਿਨਸ ਜਾਏ, ਤੇ ਸਾਡੇ ਅੰਦਰ ਜੋ ਭਰਮਾਈ ਭਰਮ ਪੈਦਾ ਹੋਏ ਹਨ ਉਹ ਬਿਨਸ ਜਾਣ। ਸਾਡੇ ਅੰਦਰ ਬਹੁਤ ਸਾਰੇ ਭਰਮ ਹਨ, ਭੁਲੇਖੇ ਹਨ। 5 ਪ੍ਰਕਾਰ ਦੇ ਭਰਮ ਵਿਦਵਾਨਾਂ ਨੇ ਮੰਨੇ ਹਨ। ਭੇਦ ਭਰਮ, ਸਭ ਤੋਂ ਪਹਿਲਾ ਭਰਮ ਹੈ ਭੇਦ। ਭੇਦ ਪਿਆ ਹੋਇਆ ਹੈ, ਇਹ ਤੇਰਾ ਹੈ, ਇਹ ਮੇਰਾ ਹੈ, ਇਹ ਮੈਂ ਹਾਂ, ਇਹ ਆਪਣਾ ਹੈ, ਇਹ ਪਰਾਇਆ ਹੈ। ਇਹ ਭੇਦ ਪਿਆ ਹੋਇਆ ਹੈ। ਮੈਂ ਮਨੁੱਖ ਹਾਂ, ਇਹ ਪਸ਼ੂ ਹੈ, ਇਹ ਪੰਛੀ ਹੈ। ਇਹ ਭੇਦ ਪਿਆ ਹੋਇਆ ਹੈ, ਇਹ ਭੇਦ ਹੈ। ਜਦੋਂ ਕਿ ਭਗਤ ਰਵਿਦਾਸ ਜੀ ਨੇ ਇਹ ਭੇਦ ਨੂੰ ਖੋਲ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਭੇਦ ਭਰਮ ਦੂਰ ਕਰਨ ਵਾਲੇ ਹਨ। ਭ੍ਰਮ ਕੇ ਪਰਦੇ ਸਤਿਗੁਰ ਖੋਲੇ, ਸਤਿਗੁਰ ਖੋਲ ਦਿੰਦੇ ਹਨ। ਜੈਸੇ ਜਲ ਮਹਿ ਕਮਲ ਨਿਰਾਲਮ, ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਨਿਰਾਲਮ ਵੱਖਰਾ ਹੋ ਕੇ ਰਹਿੰਦਾ ਹੈ,
ਇਸ ਤਰ੍ਹਾਂ ਮਨੁੱਖ ਦਾ ਜੀਵਨ ਸੰਸਾਰ ਦੇ ਵਿੱਚ ਹੋਵੇ, ਉਹਦਾ ਸਾਰਾ ਭਰਮ ਮਿਟ ਜਾਂਦਾ ਹੈ। ਬਿਨ ਸਜਾਏ ਭਰਮ ਆਈ, ਸਾਡਾ ਭੇਦ ਭਰਮ ਦੂਰ ਹੋ ਜਾਏ, ਸਾਨੂੰ ਅਹਿਸਾਸ ਰਹੇ ਕਿ ਸਭ ਮਹਿ ਜੋਤ ਜੋਤ ਹੈ ਸੋਏ। ਅੱਜ ਜਾਤਾਂ ਪਾਤਾਂ ਦੇ ਨਾਮ ਤੇ, ਸਮਾਜਿਕ ਵਿਤਕਰਿਆਂ ਦੇ ਨਾਮ ਤੇ ਅੱਜ ਮਨੁੱਖ ਕਿੱਧਰ ਨੂੰ ਜਾ ਰਿਹਾ ਹੈ। ਕਿੰਨੇ ਝਗੜੇ ਪੈਦਾ ਹੋ ਗਏ ਹਨ, ਕਿੰਨੇ ਵਿਤਕਰੇ ਪੈਦਾ ਹੋ ਗਏ ਹਨ, ਕਿੰਨੀ ਨਫ਼ਰਤ ਪੈਦਾ ਹੋ ਗਈ ਹੈ ਮਨੁੱਖ ਦੇ ਵਿੱਚ। ਅੱਜ ਮਨੁੱਖੀ ਸਮਾਜ ਦੇ ਵਿੱਚ ਕਿੰਨੀਆਂ ਦੂਰੀਆਂ ਵੱਧ ਗਈਆਂ ਹਨ। ਇੱਕ ਮਨੁੱਖ ਦੂਜੇ ਮਨੁੱਖ ਨੂੰ ਵੇਖ ਕੇ ਖੁਸ਼ ਨਹੀਂ ਹੈ, ਇੱਕ ਮਨੁੱਖ ਦੂਜੇ ਮਨੁੱਖ ਨੂੰ ਵੇਖ ਕੇ ਰਾਜੀ ਨਹੀਂ ਹੈ। ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਭਰਮ ਪੈਦਾ ਹੋ ਗਿਆ ਹੈ, ਭੁਲੇਖਾ ਪੈਦਾ ਹੋ ਗਿਆ ਹੈ। ਮਨੁੱਖ ਨੂੰ ਲੱਗਦਾ ਹੈ ਵੀ ਸ਼ਾਇਦ ਦੂਜਾ ਮੇਰਾ ਕੁਝ ਖੋ ਸਕਦਾ ਹੈ, ਜਾਂ ਮੈਨੂੰ ਕੁਝ ਹਾਨੀ ਪਹੁੰਚਾ ਸਕਦਾ ਹੈ, ਜਾਂ ਮੇਰਾ ਕੋਈ ਨੁਕਸਾਨ ਕਰ ਸਕਦਾ ਹੈ। ਪਰ ਕੋਈ ਵੀ ਉਦੋਂ ਤੱਕ ਕੁਝ ਨਹੀਂ ਕਰ ਸਕਦਾ। ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ। ਕੋ ਸਕੇ ਨਾ ਬਿਨ ਹਰ ਕਾ ਲਾਇਆ। ਬਿਨਾਂ ਪਰਮਾਤਮਾ ਤੋਂ ਕੋਈ ਕੁਝ ਨਹੀਂ ਕਰ ਸਕਦਾ। ਉਹਦੇ ਹੁਕਮ ਦੇ ਵਿੱਚ ਹੀ ਸ੍ਰਿਸ਼ਟੀ ਚੱਲ ਰਹੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਅੱਜ ਸਮਾਜਿਕ ਧਰਮ ਜਿਹੜੇ ਬਹੁਤਾਇਤ ਦੇ ਵਿੱਚ ਸਾਨੂੰ ਕਿਵੇਂ ਦੇ ਨਜ਼ਰ ਆਉਂਦੇ ਹਨ, ਜਿਵੇਂ ਇੱਕ ਬਵੰਡਰ ਹੁੰਦਾ ਹੈ। ਬਵੰਡਰ ਤੋਂ ਭਾਵ ਤੁਸੀਂ ਦੇਖੋ, ਜਦੋਂ ਸਮੁੰਦਰ ਦੇ ਵਿੱਚ ਬਵੰਡਰ ਉੱਠਦਾ ਹੈ, ਉਹ ਸਾਰਿਆਂ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ, ਖਾਣ ਦੀ ਕੋਸ਼ਿਸ਼ ਕਰਦਾ ਹੈ, ਮੇਟਣ ਦੀ ਕੋਸ਼ਿਸ਼ ਕਰਦਾ ਹੈ। ਅੱਜ ਹਰ ਕਿੱਤਾ, ਹਰ ਸਮਾਜ ਮਨੁੱਖੀ ਦੂਸਰੇ ਨੂੰ ਮੇਟਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਹੀ ਹੋਣਾ ਚਾਹੀਦਾ ਹਾਂ, ਮੇਰੀ ਜਾਤੀ ਰਹੇ, ਮੇਰਾ ਹੀ ਕੁਲ ਰਹੇ, ਮੇਰਾ ਸਮਾਜ ਰਹੇ, ਦੂਜਾ ਨਹੀਂ ਹੋਣਾ ਚਾਹੀਦਾ। ਪਰ ਗੁਰੂ ਨਾਨਕ ਸਾਹਿਬ ਜੀ ਦਾ ਜੋ ਧਰਮ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜੋ ਮਾਰਗ ਹੈ, ਉਹ ਬੱਦਲ ਦੇ ਵਾਂਗ ਹੈ। ਜਿਵੇਂ ਬੱਦਲ ਦੀ ਵਰਖਾ ਸਾਰਿਆਂ ਤੇ ਹੁੰਦੀ ਹੈ, ਬੱਦਲ ਸਾਰੀ ਕਾਇਨਾਤ ਤੇ ਵਰਸਦਾ ਹੈ, ਬਿਨਾਂ ਭੇਦ ਭਾਵ ਤੋਂ ਵਰਸਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਮੁੱਚੀ ਕਾਇਨਾਤ ਦੇ ਉੱਤੇ ਇੱਕ ਸਾਰ ਵਰਸਦਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਪਦੇਸ਼ ਚਹੁ ਵਰਣਾ ਕੋ ਸਾਂਝਾ। ਜੇ ਕੋਈ ਮੁਸਲਮਾਨ ਵੀਰ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣ ਲਵੇ ਤੇ ਉਹ ਮਰਦਾਨਾ ਹੋ ਜਾਂਦਾ ਹੈ, ਉਹ ਗੁਰੂ ਨਾਨਕ ਦੇ ਦਰ ਤੋਂ ਪਰੇ ਨਹੀਂ ਹੋ ਸਕਦਾ। ਜੇ ਕੋਈ ਸਨਾਤਨੀ ਵੀਰ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣ ਲਵੇ, ਮੰਨ ਲਵੇ, ਕਮਾ ਲਵੇ ਤੇ ਉਹ ਬਾਲਾ ਹੋ ਜਾਂਦਾ ਹੈ। ਉਹ ਤਾਂ ਉਮਰ ਸਤਿਗੁਰੂ ਨਾਨਕ ਦਾ ਪੱਲਾ ਨਹੀਂ ਛੱਡ ਸਕਦਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ। ਪਰ ਅੱਜ ਮਨੁੱਖ ਭਰਮ ਦੇ ਵਿੱਚ ਪੈ ਗਏ ਹਨ। ਮਨੁੱਖਤਾ ਭਰਮਾਈ ਜਾ ਰਹੀ ਹੈ, ਭੁਲੇਖਿਆਂ ਵਿੱਚ ਪਾਈ ਜਾ ਰਹੀ ਹੈ। ਧਾਰਮਿਕ ਆਗੂਆਂ ਦੇ ਵੱਲੋਂ, ਰਾਜਨੀਤਿਕ ਲੋਕਾਂ ਦੇ ਵੱਲੋਂ ਮਨੁੱਖਤਾ ਨੂੰ ਭਰਮਾਇਆ ਜਾ ਰਿਹਾ ਹੈ। ਮਨੁੱਖਤਾ ਦੇ ਵਿੱਚ ਦਰਾਰ ਵੱਧ ਰਹੀ ਹੈ। ਸਮਾਜਿਕ ਆਪਸ ਦੇ ਵਿੱਚ ਵੈਰ ਵਿਰੋਧ ਵੱਧ ਰਹੇ ਹਨ। ਇਹਦਾ ਕਾਰਨ ਮਨੁੱਖ ਦੀ ਅਗਿਆਨਤਾ ਹੈ, ਅਵਿਦਿਆ ਹੈ। ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਦੇ ਉਪਦੇਸ਼ ਤੇ ਚੱਲਣ ਵਾਲੇ ਮਨੁੱਖ ਹਮੇਸ਼ਾ ਇਸ ਗੱਲ ਦੇ ਜਾਣੂ ਹੁੰਦੇ ਹਨ ਕਿ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਤੁਮ ਕਰੋ ਦਇਆ, ਤੁਸੀਂ ਕਿਰਪਾ ਕਰੋ ਪਰਮੇਸ਼ਰ, ਸਾਡੇ ਅਹੰਕਾਰ ਆਦਿਕ ਮੋਹ ਆਦਿਕ ਵਿਕਾਰ ਦੂਰ ਹੋ ਜਾਣ ਤੇ ਸਾਡਾ ਭਰਮ ਵੀ ਛੁੱਟ ਜਾਏ। ਆਨੰਦ ਰੂਪ ਰਵਿਉ ਸਭ ਮਦੇ, ਜਤ ਕਤ ਪੇਖੋ ਜਾਈ। ਆਨੰਦ ਰੂਪ ਪਰਮੇਸ਼ਰ ਆਨੰਦ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਸਾਰਿਆਂ ਦੇ ਵਿੱਚ ਆਨੰਦ ਦੀ ਕਣੀ ਹੈ। ਜੀਵਨ ਸਾਰਿਆਂ ਦਾ ਆਨੰਦਮਈ ਹੋ ਸਕਦਾ ਹੈ, ਪਰ ਆਨੰਦਮਈ ਕਿਉਂ ਨਹੀਂ ਹੈ? ਕਿਉਂਕਿ ਗੁਰੂ ਦੀ ਮੱਤ ਨਹੀਂ ਹੈ। ਜੇ ਗੁਰੂ ਦੀ ਮੱਤ ਹੋਵੇ ਸਾਡੇ ਕੋਲ ਤੇ ਸਾਡਾ ਜੀਵਨ ਅੰਦਰੋਂ ਹੀ ਆਨੰਦਮਈ ਹੋਵੇਗਾ, ਬਾਹਰ ਨਹੀਂ ਹੈ। ਇਹ ਨਾ ਸੋਚੋ ਕਿ ਆਨੰਦ ਕੋਈ ਬਾਹਰੋਂ ਵਸਤੂ ਆ ਕੇ ਦੇਵੇਗੀ, ਕੋਈ ਬਾਹਰੋਂ ਕੋਈ ਜੀ ਆ ਕੇ ਦੇਵੇਗਾ। ਸਤਿਗੁਰ ਕਹਿੰਦੇ ਸਭ ਕੁਛ ਘਰ ਮੈਂ ਹੈ, ਬਾਹਰ ਨਹੀਂ, ਬਾਹਰ ਨਹੀਂ ਹੈ ਕੁਛ ਵੀ। ਸਭ ਕੁਛ ਪਰਮੇਸ਼ਰ ਨੇ ਮਨੁੱਖ ਦੇ ਅੰਦਰ ਰੱਖਿਆ ਹੈ। ਪਰ ਮਿਲੇਗਾ ਕਦੋਂ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਹਿਲਾਂ ਗੁਰੂ ਨੂੰ ਮਿਲਣਾ ਹੈ, ਪਹਿਲਾਂ ਗੁਰੂ ਦੀ ਸ਼ਰਨ ਲੈਣੀ ਹੈ। ਜੀਵਨ ਆਨੰਦਮਈ ਆਪੇ ਹੀ ਹੋ ਜਾਏਗਾ। ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਪਤਿਤ ਪਾਵਨ ਗੋਸਾਈ। ਤੁਮ ਹੈ ਪਰਮੇਸ਼ਰ, ਇਹ ਪਰਮੇਸ਼ਰ ਦੇ ਗੁਣ ਹਨ, ਵਡਿਆਈਆਂ ਹਨ। ਤੁਮ ਦਇਆਲ, ਪਰਮੇਸ਼ਰ ਤੂੰ ਦਿਆਲੂ ਹੈ, ਕਿਰਪਾਲੂ ਹੈ, ਕਿਰਪਾ ਦਾ ਨਿਧ ਖਜ਼ਾਨਾ ਸਵਰੂਪ ਹੈ। ਤੂੰ ਪਤਿਤ ਪਾਵਨ ਹੈ, ਪਾਪੀਆਂ ਨੂੰ ਵੀ ਪਾਪ
ਰਹਿਤ ਕਰਨ ਵਾਲਾ ਹੈ, ਪਵਿੱਤਰ ਕਰਨ ਵਾਲਾ ਹੈ, ਗੁਸਾਈ ਹੈ, ਸਾਰਿਆਂ ਦਾ ਮਾਲਕ ਹੈ। ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਜਿਨ੍ਹਾਂ ਨੇ ਇੱਕ ਨਿਮਖ ਮਾਤਰ ਵੀ ਮੁਖੋਂ ਪਰਮੇਸ਼ਰ ਨੂੰ ਬੁਲਾਇਆ, ਜਪਿਆ ਹੈ, ਸਿਮਰਿਆ ਹੈ, ਸਤਿਗੁਰ ਕਹਿੰਦੇ ਉਹਨਾਂ ਨੂੰ ਕੋਟ ਸੂਖ ਆਨੰਦ ਰਾਜ ਪਾਏ, ਉਹਨਾਂ ਨੂੰ ਕਰੋੜਾਂ ਸੁਖ ਮਿਲਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ਾਂ ਵੰਡ ਰਹੇ ਹਨ। ਲੈਣ ਵਾਲਾ ਚਾਹੀਦਾ ਹੈ, ਝੋਲੀਆਂ ਭਰਨ ਵਾਲਾ ਚਾਹੀਦਾ ਹੈ। ਗੁਰੂ ਦਾ ਇਹ ਦਰ ਤੇ ਨਿਧੀਆਂ ਸਿੱਧੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਹੈ। ਸਤਿਗੁਰ ਕਹਿੰਦੇ ਖਾਵਹਿ ਖਰਚਹਿ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਪਰ ਇਹ ਖਜ਼ਾਨਾ ਉਹਨਾਂ ਵਾਸਤੇ ਹੈ, ਸਤਿਗੁਰ ਕਹਿੰਦੇ ਜਿਹੜੇ ਨਿਮਖ ਮਾਤਰ ਵੀ ਮੁਖੋਂ ਜਪਦੇ ਹਨ, ਸਿਮਰਦੇ ਹਨ। ਵਾਹਿਗੁਰੂ 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 ਵਾਹਿਗੁਰੂ। ਬਸ ਸਿਮਰਦੇ ਰਹੀਏ, ਜਪਦੇ ਰਹੀਏ। ਸਤਿਗੁਰ ਕਹਿੰਦੇ ਕਰੋੜਾਂ ਸੁੱਖ ਤੁਹਾਡੇ ਜੀਵਨ ਵਿੱਚ ਪ੍ਰਵੇਸ਼ ਕਰ ਜਾਣਗੇ, ਜੀਵਨ ਆਨੰਦਮਈ ਹੋ ਜਾਵੇਗਾ। ਰਾਜ ਭਾਗ ਮਿਲਦੇ ਹਨ ਜਿਨ੍ਹਾਂ ਨੇ ਨਿਮਖ ਮਾਤਰ ਪਰਮੇਸ਼ਰ ਨੂੰ ਜਪਿਆ ਹੈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕਾ ਮਨ ਭਾਈ। ਪਰ ਜਪਦੇ ਹੋਏ ਤਪਦੇ ਹੋਏ ਮਨ ਦੇ ਵਿੱਚ ਹਉਮੈ ਨਾ ਆ ਜਾਏ ਵੀ ਮੈਂ ਬੜਾ ਸਿਮਰਨ ਕਰਦਾ ਹਾਂ, ਮੈਂ ਬੜੀ ਸੇਵਾ ਕਰਦਾ ਹਾਂ। ਇੱਥੇ ਵੀ ਇਹੀ ਭਾਵ ਰੱਖਣਾ ਹੈ, ਪਰਮੇਸ਼ਰ ਜੇ ਤੈਨੂੰ ਭਾ ਜਾਏ, ਤੈਨੂੰ ਚੰਗਾ ਲੱਗ ਜਾਏ ਤੇ ਮੇਰੀ ਭਗਤੀ ਵੀ ਪ੍ਰਵਾਨ ਹੈ, ਮੇਰੀ ਸੇਵਾ ਵੀ ਪ੍ਰਵਾਨ ਹੈ। ਤੂੰ ਕਿਰਪਾ ਕਰ, ਜੇ ਤੈਨੂੰ ਭਾ ਜਾਏ ਤੇ ਮੇਰਾ ਜਪ ਵੀ ਪ੍ਰਵਾਨ, ਮੇਰੀ ਭਗਤੀ ਵੀ ਪ੍ਰਵਾਨ, ਜੇ ਤੂੰ ਕਿਰਪਾ ਕਰ ਦੇਵੇਂ। ਨਾਮ ਜਪਤ ਤ੍ਰਿਸ਼ਨਾ ਸਭ 부ਜੀਹਾ, ਨਾਨਕ ਤ੍ਰਿਪਤ ਅਗਾਈ। ਨਾਮ ਜਪਣ ਵਾਲਿਆਂ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਬੁੱਝ ਜਾਂਦੀਆਂ ਹਨ। ਸਤਿਗੁਰ ਕਹਿੰਦੇ ਹਨ ਉਹ ਅਘਾਈ ਰੱਜ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ, ਜਾਪ ਕਰਦੇ ਹਨ। ਸੋ ਇਸ ਪ੍ਰਕਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਅੱਜ ਦਾ ਇਹ ਪਾਵਨ ਸ਼ਬਦ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ। ਹੁਣ ਕਮਾਣਾ ਅਸੀਂ ਹੈ, ਅਸੀਂ ਇਹਦੇ ਤੇ ਆਪਣਾ ਜੀਵਨ ਧਾਰਨ ਕਰਕੇ, ਇਸ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਕੇ ਤੇ ਸ਼ਬਦ ਦੀ ਕਮਾਈ ਕਰਕੇ ਇਹਦਾ ਲਾਭ ਲੈਣਾ ਹੈ। ਗੁਰੂ ਨੇ ਤੇ ਸਾਡੀ ਝੋਲੀ ਉਪਦੇਸ਼ ਪਾ ਦਿੱਤਾ ਹੈ। ਕਹਿਣ ਤੇ ਸੁਣਨ ਦੇ ਨਾਲ ਨਹੀਂ, ਮੰਨਣ ਦੇ ਨਾਲ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਸੋ ਆਓ ਲੜੀਵਾਰ ਜੋ ਸ਼ਬਦ ਵਿਚਾਰ ਚੱਲ ਰਹੀ ਹੈ, ਹੁਣ ਉਸ ਦੇ ਨਾਲ ਆਪਾਂ ਜੁੜਨਾ ਕਰੀਏ। ਧਨ ਗਿਆ ਬਹੁ ਝੂਰੀਆ, ਧਨ ਮਹਿ ਚੀਤ ਗਵਾਰ। ਓੰਕਾਰ ਦੱਖਣੀ ਓੰਕਾਰ ਬਾਣੀ ਦੀ ਵਿਚਾਰ ਆਪ ਜੀ ਪਿਛਲੇ ਦੀਵਾਨਾਂ ਤੋਂ ਸ਼ਰਵਣ ਕਰਦੇ ਆ ਰਹੇ ਹੋ। 35ਵੀਂ ਪੌੜੀ ਸਤਿਗੁਰ 36ਵੀਂ ਪੌੜੀ ਜੋ ਹੈ ਉਹ ਅੱਜ ਦੇ ਇਸ ਸ਼ਬਦ ਦੇ ਦੁਆਰਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਹੈ ਕਿ ਧਨ ਗਿਆ ਬਹਿ ਝੂਰੀਐ। ਮੂਰਖ ਮਨੁੱਖ ਦੇ ਕੋਲੋਂ ਜੇ ਧਨ ਚਲਾ ਜਾਏ ਤੇ ਉਹ ਬਹਿ ਕੇ ਝੂਰਦਾ ਹੈ, ਅਫਸੋਸ ਕਰਦਾ ਹੈ ਵੀ ਮੇਰਾ ਧਨ ਗਵਾਚ ਗਿਆ। ਧਨ ਮਹਿ ਤੇ ਧਨ ਦੇ ਵਿੱਚ ਹੀ ਉਹਦਾ ਚਿੱਤ ਹੁੰਦਾ ਹੈ। ਧਨ ਦੇ ਵਿੱਚ ਮਾਇਆ, ਧਨ ਤੋਂ ਆਦ ਲੈ ਕੇ ਪਦਾਰਥ ਦੇ ਵਿੱਚ ਮਨੁੱਖ ਦਾ ਚਿੱਤ ਲੱਗਾ ਹੋਇਆ ਹੈ। ਸਤਿਗੁਰ ਬਖਸ਼ਿਸ਼ ਕਰਦੇ ਹਨ ਧਨ ਤੋਂ ਆਦ ਲੈ ਕੇ ਕਿ ਮਨੁੱਖ ਪਦਾਰਥਾਂ ਦੇ ਨਾਲ ਆਪਣਾ ਮਨ ਲਾਇਆ ਹੋਇਆ ਹੈ। ਪਦਾਰਥਾਂ ਦੇ ਜਾਣ ਕਰਕੇ ਮਨੁੱਖ ਝੁਰਦਾ ਹੈ, ਉਦਾਸ ਹੋ ਜਾਂਦਾ ਹੈ। ਤੇ ਗਵਾਰ ਮਨੁੱਖ, ਜੋ ਮੂਰਖ ਮਨੁੱਖ ਹੈ, ਉਹ ਪਰਮਾਰਥ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਤੇ ਪਦਾਰਥ ਦੇ ਵਿੱਚ ਆਪਣਾ ਚਿੱਤ ਲਾ ਕੇ ਰੱਖਦਾ ਹੈ। ਧਨ ਵਿਰਲੀ ਸੱਚ ਸੰਚਿਆ, ਨਿਰਮਲ ਨਾਮ ਪਿਆਰ। ਧਨ ਵਿਰਲੀ ਸੱਚ ਸੰਚਿਆ, ਪਰ ਵਿਰਲਿਆਂ ਨੇ ਉਹ ਧਨ ਸੰਚਿਆ ਹੈ, ਇਕੱਠਾ ਕੀਤਾ ਹੈ ਜੋ ਸੱਚ ਹੈ, ਜੋ ਸਦਾ ਰਹਿਣ ਵਾਲਾ ਹੈ। ਦੁਨਿਆਵੀ ਧਨ ਤੋਂ ਆਦ ਲੈ ਕਰਕੇ ਪਦਾਰਥ ਸਦਾ ਰਹਿਣ ਵਾਲੇ ਨਹੀਂ ਹਨ, ਨਾਸ਼ਵੰਤ ਹਨ, ਮਿਟ ਜਾਣਗੇ। ਜਿਨ੍ਹਾਂ ਘਰਾਂ ਦੇ ਵਿੱਚ ਅਸੀਂ ਬੈਠੇ ਹਾਂ, ਕੱਲ ਕੋਈ ਹੋਰ ਸੀ, ਕੱਲ ਨੂੰ ਕੋਈ ਹੋਰ ਹੋਵੇਗਾ।
ਜਿਨ੍ਹਾਂ ਜਾਇਦਾਦਾਂ ਦੇ ਮਾਲਕ ਅੱਜ ਅਸੀਂ ਹਾਂ, ਕੱਲ ਕੋਈ ਹੋਰ ਸੀ, ਕੱਲ ਨੂੰ ਕੋਈ ਹੋਰ ਹੋਵੇਗਾ, ਪਰ ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕੀਤਾ, ਸੱਚਾ ਧਨ ਪਰਮੇਸ਼ਵਰ ਦਾ ਖੱਟਿਆ ਹੈ, ਉਹਨਾਂ ਨੇ ਸਤਜੁਗ ਦੇ ਵਿੱਚ ਵੀ ਜਿਨ੍ਹਾਂ ਦੀ ਕਮਾਈ ਹੈ ਉਹ ਅੱਜ ਵੀ ਸਤਿਕਾਰੇ ਜਾਂਦੇ ਹਨ। ਅੱਜ ਵੀ ਉਹ ਧਨ ਉਹਨਾਂ ਦੇ ਕੋਲ ਹੈ, ਕੋਈ ਖੋ ਨਹੀਂ ਸਕਦਾ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਦੀ ਕਮਾਈ ਨਹੀਂ ਕੋਈ ਵੰਡ ਸਕਿਆ, ਖੋ ਸਕਿਆ, ਪਰ ਦੁਨਿਆਵੀ ਧਨ ਵੰਡੇ ਜਾਂਦੇ ਹਨ, ਖੋਹ ਲਏ ਜਾਂਦੇ ਹਨ। ਇਸ ਕਰਕੇ ਸਤਿਗੁਰ ਕਹਿੰਦੇ ਧਨ ਵਿਰਲੀ ਸੱਚ ਸੰਚਿਆ, ਨਿਰਮਲ ਨਾਮ ਪਿਆਰ। ਤੇ ਵਿਰਲਿਆਂ ਨੂੰ ਪਰਮੇਸ਼ਵਰ ਦੇ ਨਿਰਮਲ ਨਾਮ ਦੇ ਨਾਲ ਪਿਆਰ ਹੋਇਆ ਕਰਦਾ ਹੈ। ਧਨ ਗਿਆ ਤਾਂ ਜਾਣ ਦੇ, ਜੇ ਰਾਚੇ ਰੰਗ ਏਕ। ਧਨ ਤੋਂ ਭਾਵ ਪਦਾਰਥ ਗਿਆ ਤਾਂ ਜਾਣ ਦੇ। ਸਤਿਗੁਰ ਕਹਿੰਦੇ ਪਦਾਰਥ ਧਨ ਆਦਿਕ ਜੇ ਗਏ ਤੇ ਜਾਣ ਦੇ। ਜੇ ਰਾਚਹਿ ਰੰਗ ਏਕ, ਜੇ ਤੇਰਾ ਮਨ ਉਸ ਇੱਕ ਦੇ ਨਾਲ ਰਚ ਜਾਏ, ਰੁੱਚ ਜਾਏ, ਪ੍ਰੀਤ ਆ ਜਾਏ, ਤੇ ਇਸ ਧਨ ਦੇ ਜਾਣ ਦਾ ਅਫਸੋਸ ਨਾ ਕਰ, ਝੁਰ ਨਾ। ਇਹ ਪਰਮੇਸ਼ਵਰ ਦੀ ਦਾਤ ਹੈ, ਪਰਮੇਸ਼ਵਰ ਦੀ ਬਖਸ਼ਿਸ਼ ਹੈ, ਉਸੇ ਨੇ ਦਿੱਤੀ ਹੈ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਇੱਕ ਵਸਤ ਜੇ ਪਰਮੇਸ਼ਵਰ ਲੈ ਲਵੇ ਤੇ ਝੁਰਨਾ ਨਹੀਂ ਚਾਹੀਦਾ, ਦਿੱਤਾ ਵੀ ਤੇ ਉਹਨੇ ਹੀ ਹੈ, ਲੈਣ ਵਾਲਾ ਵੀ ਉਹੀ ਹੈ। ਸਤਿਗੁਰ ਕਹਿੰਦੇ ਤੂੰ ਪਰਮੇਸ਼ਵਰ ਦੇ ਨਾਲ ਆਪਣੀ ਰੁਚ ਪੈਦਾ ਕਰ, ਨਾ ਕਿ ਪਦਾਰਥਾਂ ਦੇ ਵਿੱਚ। ਪਰਮਾਰਥ ਦੇ ਨਾਲ ਆਪਣਾ ਚਿੱਤ ਲਾ। ਮਨ ਦੀਜੈ ਸਿਰ ਸੌਂਪੀਐ, ਭੀ ਕਰਤੇ ਕੀ ਟੇਕ। ਮਨ ਦੀਜੈ ਸਿਰ ਸੌਂਪੀਐ, ਮਨ ਦੇ ਕਰਕੇ, ਮਨ ਦੇ ਭਾਵ, ਮਨ ਦੇ ਵਿਚਾਰ ਦੇ ਕਰਕੇ, ਸਿਰ ਦੀ ਮਤ ਦੇ ਕਰਕੇ, ਭੀ ਕਰਤੇ ਕੀ ਟੇਕ। ਤੇ ਭੀ ਫਿਰ ਵੀ ਮਨ ਦੇ ਵਿੱਚ ਉਹਦੀ ਹੀ ਆਸ ਰੱਖਣੀ ਹੈ, ਹੰਗਤਾ ਨਹੀਂ ਕਰਨੀ ਵੀ ਮੈਂ ਆਪਣਾ ਮਨ ਦੇ ਦਿੱਤਾ, ਮੈਂ ਆਪਣਾ ਸਰੀਰ ਦੇ ਦਿੱਤਾ, ਜਾਂ ਮੈਂ ਆਪਣੀ ਮਤ ਦੇ ਦਿੱਤੀ, ਹੁਣ ਮੈਂ ਵੱਡਾ ਹੋ ਗਿਆ। ਅਹੰਕਾਰ ਨਹੀਂ। ਭੀ ਕਰਤੇ ਕੀ ਟੇਕ, ਟੇਕ ਆਸਰਾ ਫਿਰ ਵੀ ਪਰਮਾਤਮਾ ਦਾ ਹੀ ਰੱਖਣਾ ਹੈ। ਧੰਦਾ ਧਾਵਤ ਰਹਿ ਗਏ, ਮਨ ਮਹਿ ਸ਼ਬਦ ਆਨੰਦ। ਧੰਦਾ ਧਾਵਤ ਰਹਿ ਗਏ, ਉਹ ਰਹਿ ਗਏ, ਉਹ ਮੁੱਕ ਗਏ। ਜਿਨ੍ਹਾਂ ਦੇ ਮਨ ਵਿੱਚ ਧੰਦਾ, ਸੰਸਾਰ ਚੱਲਦਾ ਹੈ, ਰੋਜ਼ਗਾਰ ਚੱਲਦਾ ਹੈ, ਜਿਨ੍ਹਾਂ ਨੇ ਕਾਰੋਬਾਰਾਂ ਦੇ ਨਾਲ ਚਿੱਤ ਲਾਏ, ਸਤਿਗੁਰ ਕਹਿੰਦੇ ਉਹ ਰਹਿ ਗਏ। ਪਰ ਜਿਨ੍ਹਾਂ ਨੇ ਸ਼ਬਦ ਦੇ ਨਾਲ, ਜਿਨ੍ਹਾਂ ਨੇ ਪ੍ਰੀਤ ਲਾਈ ਹੈ, ਉਹ ਆਨੰਦਮਈ ਹੋ ਗਏ, ਉਹਨਾਂ ਦੇ ਜੀਵਨ ਸਦੀਵ ਹੋ ਗਏ। ਉਹ ਸਦਾ ਵਾਸਤੇ ਸੰਸਾਰ ਵਿੱਚ ਸਤਿਕਾਰੇ ਗਏ, ਵਡਿਆਏ ਗਏ ਹਨ। ਦੁਰਜਨ ਤੇ ਸਾਜਨ ਭਏ, ਭੇਟੇ ਗੁਰ ਗੋਵਿੰਦ। ਖੋਟੀ ਮੱਤ ਤੋਂ, ਖੋਟੇ ਜੀਵਨ ਤੋਂ ਉਹ ਉੱਤਮ ਜੀਵਨ ਵਾਲੇ ਹੋ ਗਏ। ਭੇਟੇ ਗੁਰ ਗੋਬਿੰਦ, ਜਿਨ੍ਹਾਂ ਨੇ ਪਰਮੇਸ਼ਰ ਸਵਰੂਪ ਗੁਰੂ ਨੂੰ ਭੇਟਿਆ, ਮਿਲਾਪ ਹੋਇਆ ਜਿਨ੍ਹਾਂ ਦਾ ਗੁਰੂ ਦੇ ਨਾਲ, ਉਹਨਾਂ ਦੇ ਜੀਵਨ ਬਦਲ ਗਏ, ਉਹਨਾਂ ਦੇ ਔਗਣ ਗੁਣਾਂ ਦੇ ਵਿੱਚ ਬਦਲ ਗਏ, ਉਹਨਾਂ ਦੇ ਦੋਸ਼ ਬਖਸ਼ਿਸ਼ਾਂ ਦੇ ਵਿੱਚ ਬਦਲ ਗਏ। ਜਿਨ੍ਹਾਂ ਨੇ ਗੁਰੂ ਦੇ ਨਾਲ ਭੇਟ ਕੀਤੀ ਹੈ, ਜੋ ਗੁਰੂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਦੇ ਜੀਵਨ ਉੱਤਮ ਹੋਏ ਹਨ। ਬਨ ਬਨ ਫਿਰਤੀ ਢੂੰਡਤੀ, ਬਸਤ ਰਹੀ ਘਰ-ਬਾਰ। ਬਨ ਬਨ ਤੋਂ ਭਾਵ ਹੈ ਥਾਂ ਥਾਂ ਤੇ ਮਨੁੱਖ ਭਾਲਦਾ ਫਿਰਦਾ ਹੈ, ਜਾਂ ਮਨੁੱਖ ਦੀ ਮੱਤ ਜੋ ਹੈ ਉਹ ਸੁਖ ਭਾਲਦੀ ਫਿਰਦੀ ਹੈ, ਮਨੁੱਖੀ ਜੀਵਨ ਮੋਕਸ਼ ਭਾਲਦਾ ਫਿਰਦਾ ਹੈ। ਪਰ ਸਤਿਗੁਰ ਕਹਿੰਦੇ ਬਸਤ ਰਹੀ ਘਰ-ਬਾਰ, ਘਰ ਦੇ ਵਿੱਚ ਹੀ, ਦਰ ਦੇ ਉੱਤੇ ਹੀ ਸਭ ਕੁਝ ਪਿਆ ਹੈ। ਸਭ ਕੁਝ ਪਰਮੇਸ਼ਵਰ ਨੇ ਮਨੁੱਖੀ ਜੀਵਨ ਦੇ ਵਿੱਚ ਪਾਇਆ ਹੈ, ਮਨ ਦੇ ਵਿੱਚ ਰੱਖਿਆ ਹੈ। ਮਨੁੱਖ ਦੇ ਅੰਦਰ ਹੀ ਪਰਮੇਸ਼ਵਰ ਆਪ ਬੈਠਾ ਹੋਇਆ ਹੈ, ਪਰ ਮਨੁੱਖ ਉਸ ਨੂੰ ਥਾਂ ਥਾਂ ਤੇ ਖੋਜਦਾ ਹੈ, ਥਾਂ ਥਾਂ ਤੇ ਭਾਲਦਾ ਹੈ, ਭਟਕਦਾ ਹੈ, ਪਰ ਉਸ ਨੂੰ ਪਤਾ ਹੀ ਨਹੀਂ ਹੈ ਵੀ ਸਭ ਕੁਝ ਤੇ ਮੇਰੇ ਆਪਣੇ ਕੋਲ ਹੈ। ਪਰਮਾਤਮਾ ਨੇ ਤੇ ਸਭ ਕੁਝ ਸਭ ਨੂੰ ਦਿੱਤਾ ਹੋਇਆ ਹੈ, ਪਰ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਕੋਲ ਗੁਰੂ ਦੀ ਮੱਤ ਹੁੰਦੀ ਹੈ, ਜਿਨ੍ਹਾਂ ਦੇ ਕੋਲ ਗੁਰੂ ਦਾ ਉਪਦੇਸ਼ ਹੁੰਦਾ ਹੈ। ਸਤਿਗੁਰ ਮੇਲੀ ਮਿਲ ਰਹੀ, ਜਨਮ ਮਰਨ ਦੁੱਖ ਨਿਵਾਰ। ਜਿਨ੍ਹਾਂ ਨੂੰ ਸਤਿਗੁਰ ਨੇ ਪਰਮੇਸ਼ਵਰ ਦੇ ਨਾਲ ਮੇਲ ਦਿੱਤਾ, ਉਹ ਸਦੀਵ ਹੀ ਉਹਦੇ ਨਾਲ ਮਿਲ ਰਹੇ ਹਨ, ਮਿਲੇ ਹੋਏ ਹਨ। ਜਿਹੜੇ ਇੱਕ ਵਾਰ ਮਿਲ ਪੈਂਦੇ ਹਨ, ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰਿਆ ਨਾ ਜਾਏ। ਸਤਿਗੁਰ ਕਹਿੰਦੀ ਜਨਮ ਮਰਨ ਦੁੱਖ ਨਿਵਾਰ। ਉਹਨਾਂ ਨੇ ਆਪਣੇ ਜਨਮ ਤੇ ਮਰਨ ਦੇ ਦੁੱਖ ਨੂੰ ਨਿਵਾਰ ਲਿਆ। ਸੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਪਾਵਨ ਪਦ ਅੱਜ ਦਾ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ, ਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਤਾਂ ਕਿ ਸਾਡਾ ਇਹ ਜੀਵਨ ਸਫਲ ਹੋ ਸਕੇ। ਸਮੇਂ ਦੀ ਸਮਾਪਤੀ ਹੈ। ਸਮੂਹ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ।
ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਆਪ ਸੰਗਤਾਂ ਦੇ ਦਰਸ਼ਨਾਂ ਦਾ ਸੁਭਾਗ ਮਿਲਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ੋ ਅਸੀਸ। ਆਓ ਅਖੀਰਲੀਆਂ ਪੰਕਤੀਆਂ ਸ਼ਰਵਣ ਕਰਕੇ ਸਮਾਪਤੀ ਕਰੀਏ। ਬਨ ਬਨ ਫਿਰਤੀ ਢੂਡਤੀ ਬਸਤ ਰਹੀ ਘਰ ਬਾਰ, ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।